ਟਰੱਕ ਚਲਾਉਣ ਵਾਲੇ ਵੀਰ ਭਾਈ ਨੇ ਉਹ LLPs ਐਂਡ LLC ਕਾਰਪੋਰੇਸ਼ਨਸ ਖੋਲ੍ਹਦੇ ਨੇ। ਉਹਦੇ ਵਿੱਚ ਹੁੰਦਾ ਕੀ ਹੈ, ਦ ਬਿਗੇਸਟ ਪ੍ਰੋਬਲਮ ਇਨ ਦੈਟ ਇਜ਼ ਕਿ ਯੂ ਆਰ ਓਨਰ ਆਫ ਦ ਕਾਰਪੋਰੇਸ਼ਨ ਐਜ਼ ਅ ਫੋਰਨ ਨੈਸ਼ਨਲ। ਕਿਉਂਕਿ ਇਹ ਸਾਰਾ ਕੰਮ ਥੋੜਾ ਜਿਹਾ ਲੰਬਾ ਹੋਏਗਾ, ਕੰਪਲਿਕੇਟਡ ਹੋਏਗਾ ਜੀ। ਜਿਹੜੇ ਆਉਣ ਵਾਲੇ ਨੇ ਉਹ ਵੀ ਸਸਤੇ ਸੌਖੇ ਰਸਤੇ ਲੱਭਦੇ ਨੇ, ਸੌਖੇ ਰਸਤੇ ਲੱਭਦੇ ਨੇ ਜੀ। ਬਿਲਕੁਲ। ਉਹ ਲੋਕ ਤਾਂ ਇਹੋ ਜਿਹੇ ਆ ਰਹੇ ਨੇ ਜਿਹੜੇ ਕਹਿੰਦੇ ਸਾਨੂੰ ਡਰਾਈਵਰ ਲਾਇਸੈਂਸ ਵੀ ਪੈਸੇ ਲੈ ਕੇ ਦਵਾ ਦਿਓ। ਜਦੋਂ ਕਿਸੇ ਦਾ ਦੀਨ ਇਮਾਨ ਨਾ ਰਹੇ, ਕਿਸੇ ਕਮਿਊਨਿਟੀ ਦਾ, ਕਿਸੇ ਕਲਚਰ ਦਾ, ਕਿਸੇ ਸਮਾਜ ਦਾ, ਉਹ ਫਿਰ ਵਿਆਹ ਵੀ ਵੇਚਦਾ। ਬਿਲਕੁਲ। ਤੇ ਨੌਕਰੀ ਵੇਚਣਾ ਤਾਂ ਛੋਟੀ ਗੱਲ ਹੈ। ਬਿਲਕੁਲ ਬਿਲਕੁਲ ਬਿਲਕੁਲ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਤੇ ਇਸ ਕੰਟਰੀ 'ਚ ਆਉਣ ਦੇ, ਇੱਥੇ ਆ ਕੇ ਸੈਟਲ ਹੋਣ ਦੇ ਹਜ਼ਾਰਾਂ ਤਰ੍ਹਾਂ ਦੇ ਰਸਤੇ ਹੁਣ ਤੱਕ ਕੱਢੇ ਗਏ ਨੇ, ਚੱਲ ਰਹੇ ਨੇ। ਤੇ ਪਿਛਲੇ ਸਮੇਂ 'ਚ ਅਸੀਂ ਦੇਖਿਆ ਸਟੂਡੈਂਟ ਸਟੱਡੀ ਪਰਮਿਟ ਇੱਕ ਚੈਨਲ ਰਿਹਾ, ਵਰਕ ਪਰਮਿਟ, ਵਿਜ਼ਟਰ ਵੀਜ਼ਾ ਤੇ ਆ ਜਾਓ। ਤੇ ਬਹੁਤ ਸਾਰੇ ਏਜੰਟ ਦੱਸਦੇ ਨੇ ਜੀ ਕਿ ਆ ਕੇ ਅਸਾਈਲਮ ਫਾਈਲ ਕਰ ਦਿਓ, ਅਸਾਈਲਮ ਵਾਸਤੇ, ਰਿਫਿਊਜੀ ਕਲੇਮ, ਜਾਂ LMI ਖਰੀਦ ਲਓ, ਜਾਂ ਵਿਆਹ ਕਰਾ ਲਓ। ਇਸ ਤਰ੍ਹਾਂ ਦਾ ਬਹੁਤ ਸਾਰਾ ਸਿਲਸਿਲਾ ਚੱਲਦਾ ਰਿਹਾ, ਜਿਹੜਾ ਕਿ ਗਲਤ ਹੈ। ਤੇ ਪਰ ਕੁਛ ਰਸਤੇ ਇਹੋ ਜਿਹੇ ਨੇ ਕਿ ਜਿਹੜੇ ਤੁਹਾਨੂੰ ਗਲਤ ਰਸਤੇ ਤੇ ਨਹੀਂ ਪੈਣਾ, ਤੁਸੀਂ ਸਹੀ ਤਰੀਕੇ ਨਾਲ ਇਸ ਕੰਟਰੀ 'ਚ ਰੁਕ ਸਕਦੇ ਹੋ, ਸਹੀ ਤਰੀਕੇ ਨਾਲ ਇਸ ਕੰਟਰੀ ਦਾ ਹਿੱਸਾ ਬਣ ਸਕਦੇ ਹੋ। ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਗੌਰਵ ਵਰਮਾ ਨੇ GIS ਇਮੀਗ੍ਰੇਸ਼ਨ ਤੋਂ। ਇਹ ਕੁਛ ਇਹੋ ਜਿਹੇ ਆਈਡੀਆਜ਼ ਸ਼ੇਅਰ ਕਰ ਰਹੇ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਇਹਨਾਂ ਨਾਲ ਗੱਲ ਕਰਨੀ ਹੈ। ਗੌਰਵ ਜੀ, ਕੀ ਹਾਲ ਚਾਲ ਨੇ ਤੁਹਾਡੇ? ਸ਼ਮੀਲ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਔਨ ਦ ਸ਼ੋ। ਐਂਡ ਰੈਡ FM ਦੇ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਜਦੋਂ ਇਹ ਤੁਸੀਂ ਦੱਸ ਰਹੇ ਸੀ ਕਿ ਇਸ ਤਰ੍ਹਾਂ ਦਾ ਵੀ ਤਰੀਕਾ ਹੋ ਸਕਦਾ, ਮੈਨੂੰ ਵੀ ਇਸ ਗੱਲ ਤੇ ਹੈਰਾਨੀ ਹੋਈ ਜੀ। ਕਿਉਂਕਿ ਆਮ ਕਰਕੇ ਅਸੀਂ ਉਹ ਤਰੀਕੇ ਸੁਣਦੇ ਹਾਂ ਮਾਰਕੀਟ 'ਚ ਜਿਨ੍ਹਾਂ ਨੂੰ ਅਸੀਂ ਗਲਤ ਸਮਝਦੇ ਹਾਂ ਜੀ। ਤੇ ਇਹ ਕੀ ਤਰੀਕਾ, ਤੁਸੀਂ ਦੱਸੋ ਇਹ ਕਿਵੇਂ? ਸ਼ਮੀਲ ਜੀ, ਕੈਨੇਡਾ ਵਿੱਚ ਜਿਹੜੇ ਵਿਜ਼ਿਟਰਸ ਇੱਥੇ ਸਪੈਸ਼ਲੀ ਆਉਂਦੇ ਨੇ, ਜਿਹੜੇ ਅੱਜ ਦੀ ਡੇਟ 'ਚ ਉਹਨਾਂ ਕੋਲ ਤਿੰਨ ਲੀਗਲ ਤਰੀਕੇ ਹੈਗੇ ਨੇ ਕੈਨੇਡਾ ਵਿੱਚ ਲੀਗਲੀ ਕੰਮ ਕਰਨ ਦੇ। ਪਹਿਲਾ ਤਰੀਕਾ ਹੁੰਦਾ ਕਿ ਤੁਸੀਂ LMIA ਬੇਸਡ ਕਲੋਜ਼ਡ ਵਰਕ ਪਰਮਿਟ ਤੇ ਕੰਮ ਕਰੋ। ਕਿ ਤੁਹਾਨੂੰ ਜੇ ਕੋਈ ਕਿਤੇ ਜੌਬ ਮਿਲਦੀ ਹੈ, ਜੌਬ ਆਫਰ ਮਿਲਦਾ, ਤੁਸੀਂ ਉੱਥੋਂ EMPLOYER ਤੋਂ ਜੌਬ ਆਫਰ ਲਓ ਐਂਡ ਉਹਦੀ ਕੰਪਨੀ ਵਿੱਚ ਐਜ਼ ਅ EMPLOYEE ਕੰਮ ਕਰੋ। ਠੀਕ ਹੈ, ਦੈਟ ਇਜ਼ LMIA ਬੇਸਡ ਕਲੋਜ਼ਡ ਵਰਕ ਪਰਮਿਟ। ਸੋ ਯੂ ਕੈਨ ਓਨਲੀ ਵਰਕ ਵਿਦ ਵਨ EMPLOYER ਤੁਹਾਡੇ ਜਿੰਨਾ ਵਰਕ ਪਰਮਿਟ ਦੀ ਡਿਊਰੇਸ਼ਨ ਹੈ ਉਹਨੇ ਟਾਈਮ ਤੱਕ। ਦੂਸਰਾ ਆ ਜਾਂਦਾ ਹੈ ਕਿ ਜੇ ਤੁਸੀਂ ਕੋਈ ਐਸੇ ਕੰਟਰੀ ਤੋਂ ਜਿੱਥੇ ਤੁਸੀਂ ਕਨਵੈਨਸ਼ਨਲ ਰਿਫਿਊਜੀ ਕਲੇਮ ਫਾਈਲ ਕਰਨਾ ਚਾਹੁੰਦੇ ਹੋ, ਫੋਰ ਐਗਜ਼ਾਮਪਲ ਅੱਜ ਦੀ ਡੇਟ 'ਚ ਯੂਕਰੇਨ, ਸੀਰੀਆ ਜਾਂ ਮਿਡਲ ਈਸਟ ਦੇ ਕੁਝ ਕੰਟਰੀਜ਼ ਹੈਗੀਆਂ, ਤੁਸੀਂ ਉੱਥੋਂ ਜੇ ਅਜ਼ਾਈਲਮ ਸੀਕ ਕਰੋ, ਕਨਵੈਨਸ਼ਨਲ ਅਜ਼ਾਈਲਮ ਸੀਕ ਕਰੋ, ਯੂ ਕੈਨ file a refugee case and you can get an open work permit. ਫਿਰ ਤੁਸੀਂ ਕਿਤੇ ਵੀ ਜੌਬ ਲੈ ਸਕਦੇ ਹੋ। that is second legal pathway to work legally inside Canada. ਤੇ ਤੀਜਾ ਇੱਕ ਰਸਤਾ ਹੁੰਦਾ ਹੈ, ਸਪੈਸ਼ਲੀ ਜਿਹੜੇ ਵਿਜ਼ਟਰਸ ਆਉਂਦੇ ਨੇ, ਮਤਲਬ ਕਿਸੇ ਵੀ ਕੰਟਰੀ ਤੋਂ ਬੰਦਾ ਵਿਜ਼ਟਰ ਹੋ ਸਕਦਾ। ਸੋ ਉਹਦੇ ਵਿੱਚ ਹੁੰਦਾ ਕੀ ਹੈ ਕਿ you come and work legally here through self-employed category. Self-employed category ਇਹ ਕੋਈ ਅੱਜ ਦਾ ਲਾਅ ਨਹੀਂ ਬਣਿਆ ਹੋਇਆ, ਇਹ 1975 ਤੋਂ ਬਣਿਆ ਹੋਇਆ, ਬਹੁਤ ਪੁਰਾਣਾ ਪ੍ਰੋਵੀਜ਼ਨਸ ਹੈ। ਇਹਦੇ ਜਿਹੜੇ ਪ੍ਰੋਵੀਜ਼ਨਸ ਨੇ ਕੈਨੇਡਾ ਬਿਜ਼ਨਸ ਕਾਰਪੋਰੇਸ਼ਨ ਐਕਟ ਐਂਡ ਓਨਟਾਰੀਓ ਬਿਜ਼ਨਸ ਕਾਰਪੋਰੇਸ਼ਨ ਐਕਟ ਦੇ ਅੰਦਰ ਮਿਲਦੇ ਨੇ, ਵਿਚ ਆਰ ਫਾਰਮਡ ਸਿੰਸ 1975। ਸੋ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਵੀ ਕੋਈ ਵਿਜ਼ਿਟਰ ਇੱਥੇ ਹੈਗਾ, ਉਹਦਾ ਲੀਗਲ ਰਾਈਟ ਹੈਗਾ ਟੂ ਫਾਰਮ ਅ ਕਾਰਪੋਰੇਸ਼ਨ ਐਜ਼ ਅ self-employed person, and they can work legally inside Canada as an independent self-employed contractor. So so ਜਿਹੜਾ ਵੀ ਕੋਈ ਵਿਜ਼ਿਟਰ ਹੈ, ਉਹ ਬੇਸਡ ਔਨ ਦੇਅਰ ਵਰਕ ਹਿਸਟਰੀ ਜਾਂ ਬੇਸਡ ਔਨ ਦੇਅਰ ਐਜੂਕੇਸ਼ਨ ਐਕਸਪੀਰੀਅੰਸ, ਜਿਹੜੀ ਵੀ ਇਨਫੋਰਮੇਸ਼ਨ ਉਹਨਾਂ ਦੇ ਏਜੰਟ ਨੇ ਇੰਡੀਆ 'ਚ ਤੁਹਾਨੂੰ GCMS ਨੋਟਸ ਭਰੀ ਹੋਈ ਹੈ, ਉਹਦੇ ਬੇਸਿਸ ਤੇ ਦੇ ਕੈਨ ਫਾਰਮ ਅ ਕਾਰਪੋਰੇਸ਼ਨ ਓਵਰ ਹੇਅਰ, ਐਂਡ ਔਨ ਦੈਟ ਬੇਸਿਸ ਦੇ ਕੈਨ ਲੀਗਲੀ ਵਰਕ ਇਨਸਾਈਡ ਕੈਨੇਡਾ ਐਜ਼ ਅ ਇੰਡੀਪੈਂਡੈਂਟ ਸੈਲਫ ਇੰਪਲੋਇਡ ਕੰਟਰੈਕਟਰ। ਉਹਦੇ ਵਿੱਚ ਉਹਨਾਂ ਨੂੰ LMI ਲੈਣ ਦੀ ਲੋੜ ਨਹੀਂ, ਨਾ ਉਹਨਾਂ ਨੂੰ ਰਿਫਿਊਜੀ ਕਲੇਮ ਕਰਨ ਦੀ ਲੋੜ, ਕੋਈ ਵੀ ਉਹੋ ਜਿਹੇ ਕੰਮ ਕਰਨ ਦੀ ਜ਼ਰੂਰਤ ਨਹੀਂ। ਉਹ ਲੀਗਲੀ ਕੰਮ ਕਰ ਸਕਦੇ ਆ। ਇਹ ਇਨਫੋਰਮੇਸ਼ਨ ਬਹੁਤ ਵੈਲਿਊਬਲ ਇਨਫੋਰਮੇਸ਼ਨ ਹੈ ਫॉर ਆਲ ਦਾ ਵਿਜ਼ਟਰ ਵੀਜ਼ਾ ਹੋਲਡਰ, ਸੁਪਰ ਵੀਜ਼ਾ ਹੋਲਡਰਸ, ਐਂਡ ਉਹ EMPLOYERS ਲਈ ਵੀ ਜਿਨ੍ਹਾਂ ਨੇ ਕੈਸ਼ ਤੇ ਲੋਕ ਆਪਣੇ EMPLOYEES ਕੰਮ ਰੱਖੇ ਹੋਏ ਨੇ ਕੰਮ ਕਰਨ ਲਈ। ਪਰ ਇਹਦੀ ਜ਼ਿਆਦਾ ਸੁਣਿਆ ਕਿਉਂ ਨਹੀਂ ਜ਼ਿਕਰ ਕਰੇ ਇਸ ਚੀਜ਼ ਦਾ? ਸਰ ਇੱਕ ਤਾਂ ਪ੍ਰੋਸੈਸ ਬੜਾ ਪੁਰਾਣਾ ਪ੍ਰੋਸੈਸ ਹੈ ਜੀ, ਐਂਡ ਅੱਜ ਦੀ ਡੇਟ 'ਚ ਇਮੀਗ੍ਰੇਸ਼ਨ ਇੰਡਸਟਰੀ, ਮੇਰਾ ਖਿਆਲ ਹੈ ਪਤਾ ਕਿਉਂ ਨਹੀਂ ਪਤਾ ਇਹਦਾ? ਹਾਂਜੀ, ਜਿਹੜੇ ਏਜੰਟ ਨੇ ਦੱਸਣ ਵਾਲੇ,
ਜਾਂ ਹੋਰ ਉਹਨਾਂ ਨੂੰ ਪੈਸੇ ਨਹੀਂ ਬਣਦੇ ਇਹ 'ਚ। ਬਿਲਕੁਲ, ਇਹ ਕਿਉਂਕਿ ਬਹੁਤ ਕੋਸਟ ਇਫੈਕਟਿਵ ਐਂਡ ਬਹੁਤ ਸਸਤਾ ਪ੍ਰੋਸੈਸ ਹੈ ਇਹ ਕੈਨੇਡਾ ਵਿੱਚ ਲੀਗਲੀ ਕੰਮ ਕਰਨ ਦਾ, ਕਿਉਂਕਿ ਏਜੰਟ ਕਦੇ ਉਹ ਚੀਜ਼ ਨਹੀਂ ਦੱਸਦੇ ਜਿਹਦੇ 'ਚ ਉਹਨਾਂ ਨੂੰ ਪੈਸਾ ਨਹੀਂ, ਜਿਹ 'ਚ ਉਹਨਾਂ ਦੇ ਮਤਲਬ ਚੰਗੇ ਪੈਸੇ ਨਹੀਂ ਬਣਦੇ ਕਿਉਂਕਿ ਇਹ ਪ੍ਰੋਸੈਸ ਇਹੋ ਜਿਹਾ ਹੈ, ਇਹਦੇ ਵਿੱਚ ਇਟ ਇਨਵੋਲਵਸ ਅ ਲੋਟ ਆਫ ਟੈਕਨੀਕਲ ਨੋ ਹਾਊ ਐਂਡ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਤੁਹਾਡਾ ਇੱਕ ਬਿਜ਼ਨਸ ਪਲਾਨ ਬਣਦਾ ਹੈ ਜੋ ਕਿ ਤੁਹਾਡੀ ਵਰਕ ਹਿਸਟਰੀ ਐਂਡ ਐਜੂਕੇਸ਼ਨ ਤੇ ਆਧਾਰਿਤ ਹੁੰਦਾ ਹੈ। ਸੋ ਬੇਸਡ ਔਨ ਦੈਟ ਇਵੈਂਚੁਅਲੀ ਆਫਟਰ 1 year ਜਿਹੜੀ ਵੀ ਕੰਪਨੀ ਤੁਸੀਂ ਬਣਾਉਂਦੇ ਹੋ, eventually it qualifies for work permits in itself, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਕਾਰਪੋਰੇਸ਼ਨ ਹੁੰਦੀ ਹੈ ਉਹ ਬਹੁਤ ਟਾਈਪ ਦੀ ਕਾਰਪੋਰੇਸ਼ਨਸ ਹੁੰਦੀਆਂ ਇੱਥੇ, ਜਿਵੇਂ LLC, LLPs, ਆਪਣੀ ਲਿਮਟਿਡ ਕਾਰਪੋਰੇਸ਼ਨਸ ਐਂਡ ਫੈਡਰਲ ਕਾਰਪੋਰੇਸ਼ਨ, ਓਨਟਾਰੀਓ ਕਾਰਪੋਰੇਸ਼ਨ। ਅਕਸਰ ਲੋਕ ਗਲਤ ਟਾਈਪ ਦੀ ਕਾਰਪੋਰੇਸ਼ਨ ਖੋਲ ਲੈਂਦੇ ਨੇ ਇੱਥੇ, ਐਂਡ ਸਪੈਸ਼ਲੀ ਜਿਹੜੇ ਲੋਕ ਇੱਥੇ ਵਿਜ਼ਟਰ ਆਉਂਦੇ ਨੇ, ਸਪੈਸ਼ਲੀ ਮੈਂ ਟਰੱਕਿੰਗ ਇੰਡਸਟਰੀ ਦੇ ਅੰਦਰ ਦੇਖਿਆ ਕਿ ਟਰੱਕਿੰਗ ਜਿਹੜੇ ਆਪਣੇ ਟਰੱਕ ਚਲਾਉਣ ਵਾਲੇ ਵੀਰ ਭਾਈ ਨੇ ਉਹ LLPs and LLC corporations ਖੋਲਦੇ ਨੇ। ਉਹਦੇ ਵਿੱਚ ਹੁੰਦਾ ਕੀ ਹੈ, the biggest problem in that is ਕਿ you are owner of the corporation as a foreign national। ਸੋ ਉਹ ਜਿਹੜੀ ਕਾਰਪੋਰੇਸ਼ਨ ਤੁਹਾਡੀ ਹੁੰਦੀ ਹੈ, ਕਿਉਂਕਿ ਉਹ ਗਲਤ ਤਰੀਕੇ ਨਾਲ ਐਂਡ ਗਲਤ ਕੰਡੀਸ਼ਨਸ 'ਚ ਬਣਾਈ ਗਈ ਹੈ, that you cannot do your immigration processes through a LLC formed corporation because you are a owner of that corporation as a foreign national। ਜੇ ਉਹਦੀ ਇੱਕ ਸਪੈਸ਼ਲ ਕੈਟੇਗਰੀ ਹੁੰਦੀ ਹੈ ਕਾਰਪੋਰੇਸ਼ਨ ਦੀ, ਉਹਨੂੰ ਕਹਿੰਦੇ CCPC ਕਾਰਪੋਰੇਸ਼ਨਸ, ਕੈਨੇਡੀਅਨ ਕੰਟਰੋਲਡ ਪ੍ਰਾਈਵੇਟ ਕਾਰਪੋਰੇਸ਼ਨਸ। ਸੋ ਜਿਹੜੀ ਕੈਨੇਡੀਅਨ ਕੰਟਰੋਲਡ ਪ੍ਰਾਈਵੇਟ ਕਾਰਪੋਰੇਸ਼ਨਸ ਹੁੰਦੀ ਹੈ, ਉਹਨਾਂ ਦੇ ਵਿੱਚ ਲੀਗਲ ਰਿਕੁਆਇਰਮੈਂਟ ਹੁੰਦੀ ਹੈ that they need to have a 25% stake holding of on the board of directors and in the equity of the company, minimum 25%। ਠੀਕ ਹੈ ਜੀ, ਉਹੀ ਕਾਰਪੋਰੇਸ਼ਨਸ ਐਲੀਜੀਬਲ ਹੁੰਦੀਆਂ ਤੁਹਾਡੇ ਅੱਗੇ PR ਪ੍ਰੋਸੈਸ ਲਈ, ਵਰਕ ਪਰਮਿਟਸ ਲਈ, ਬਿਕੋਜ਼ ਉਹ ਜਿਹੜੀ particular corporation ਹੈ that has to pass through many departments. First of all, Industry Canada, then Service Canada, then CRA, then finally last stage IRCC for all your immigration purposes. ਅੱਛਾ, ਕਿਉਂਕਿ ਇਹ ਸਾਰਾ ਕੰਮ ਥੋੜਾ ਜਿਹਾ ਲੰਬਾ ਹੋਏਗਾ, ਕੰਪਲਿਕੇਟਡ ਹੋਏਗਾ ਜੀ। ਜਿਹੜੇ ਆਉਣ ਵਾਲੇ ਨੇ ਉਹ ਵੀ ਸਸਤੇ ਸੌਖੇ ਰਸਤੇ ਲੱਭਦੇ ਨੇ, ਸੌਖੇ ਰਸਤੇ ਲੱਭਦੇ ਨੇ ਜੀ। ਬਿਲਕੁਲ, ਉਹ ਮਤਲਬ ਲੋਕ ਤਾਂ ਇਹੋ ਜਿਹੇ ਆ ਰਹੇ ਨੇ ਜਿਹੜੇ ਕਹਿੰਦੇ ਸਾਨੂੰ ਡਰਾਈਵਰ ਲਾਇਸੈਂਸ ਵੀ ਪੈਸੇ ਲੈ ਕੇ ਦਵਾ ਦਿਓ, ਸਾਨੂੰ ਟੈਸਟ ਨਾ ਦੇਣੇ ਪੈਣ ਜੀ। ਦੇਖੋ ਜੀ, ਉੱਥੇ ਮੈਂ ਇਹ ਗੱਲ ਕਹਾਂ ਕਿ ਵੀ ਪਹਿਲੀ ਗੱਲ ਤਾਂ ਲੋਕਾਂ ਨੂੰ ਐਜੂਕੇਟ ਹੋਣਾ ਪੈਣਾ, ਐਂਡ ਜੇ ਕੋਈ ਸਹੀ ਇਨਫੋਰਮੇਸ਼ਨ ਹੈ ਪਹਿਲਾਂ ਤੁਸੀਂ ਸਹੀ ਇਨਫੋਰਮੇਸ਼ਨ ਲਓ, ਬਿਕੋਜ਼ ਸਕਸੈਸ ਤੇ ਫੇਲੀਅਰ ਦੇ ਵਿੱਚ ਜਿਹੜੀ ਦੀਵਾਰ ਹੈ ਉਹ ਨੌਲੇਜ ਦੀ ਹੈਗੀ ਹੈ। ਜੇ ਤੁਹਾਨੂੰ ਨੌਲੇਜ ਹੈਗੀ ਹੈ ਪ੍ਰੋਪਰ, ਤੁਹਾਡਾ ਇਮੀਗ੍ਰੇਸ਼ਨ ਸਕਸੈਸਫੁਲ ਹੋ ਜਾਊਗੀ। ਜਦੋਂ ਤੁਹਾਨੂੰ ਨੌਲੇਜ ਨਹੀਂ ਹੈ ਕਿਸੇ ਪ੍ਰੋਸੈਸ ਬਾਰੇ, ਤੁਸੀਂ ਇੱਥੇ ਸਾਲੋਂ ਸਾਲ ਧੱਕੇ ਹੀ ਖਾਂਦੇ ਰਹਿਣਾ। ਦੇਖੋ ਗੌਰਵ ਜੀ, ਇਸ ਕੰਟਰੀ 'ਚ ਆਉਣਾ, ਇਸ ਕੰਟਰੀ 'ਚ ਸੈਟਲ ਹੋਣਾ ਇੱਕ ਬੁਰੀ ਚੀਜ਼ ਨਹੀਂ ਸੀ, ਬਲਕਿ ਇਹ ਕੰਟਰੀ ਦਾ ਵੈਲਕਮ ਕਰਦਾ ਸੀ ਬਾਹਰੋਂ ਆਉਣ ਵਾਲੇ ਲੋਕਾਂ ਨੂੰ। ਅੱਜ ਵੀ ਵੈਲਕਮ ਕਰ ਰਿਹਾ ਹੈ ਨਾ, ਪਰ ਇੰਨਾ ਅਬਿਊਜ਼ ਕੀਤਾ ਗਿਆ ਸਿਸਟਮ। ਸਾਨੂੰ ਉਹ ਜਿਹੜੀਆਂ ਚੀਜ਼ਾਂ ਦੀ ਕਿਸੇ ਵੇਲੇ ਜੈਨੂਇਨ ਲੋੜ ਲੱਗਦੀ, ਉਹ ਵੀ ਬਦਨਾਮ ਹੋ ਗਈਆਂ ਜੀ ਜੀ। ਹੁਣ LMIA ਕੋਈ ਵੇਚਣ ਲਈ ਥੋੜਾ ਸੀ, ਬਿਲਕੁਲ ਬੜੀ ਜੈਨੂਇਨ ਬਿਲਕੁਲ ਪ੍ਰੋਵੀਜ਼ਨ। LMIA ਜਿਹੜਾ ਹੈ, LMIA ਫਸਟ ਆਫ ਆਲ ਉਹ ਕਿਸੇ EMPLOYEE ਦੀ ਜਾਂ ਕਿਸੇ ਫੋਰਨ ਨੈਸ਼ਨਲ ਦੀ ਰਾਈਟ ਨਹੀਂ ਹੈਗੀ। LMIA ਇਜ਼ ਅ ਡਾਕੂਮੈਂਟ ਜਿਹੜਾ EMPLOYER ਦਾ ਡਾਕੂਮੈਂਟ ਹੁੰਦਾ ਹੈ। EMPLOYER ਆਪਣੇ ਲਈ LMIA ਕੱਢਦਾ ਹੈ, ਬਿਕੋਜ਼ ਉਹ ਸਰਵਿਸ ਕੈਨੇਡਾ ਨੂੰ ਇੱਥੇ ਡਿਕਲੇਅਰ ਕਰਦਾ ਹੈ ਕਿ ਮੈਨੂੰ ਇੱਥੇ ਕੈਨੇਡੀਅਨ ਸਿਟੀਜ਼ਨ ਜਾਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਨਹੀਂ ਮਿਲਿਆ, ਇਸ ਕਰਕੇ ਮੈਂ ਫੋਰਨ ਤੋਂ ਵਰਕਰ ਹਾਇਰ ਕਰ ਰਿਹਾ। ਸੋ ਦੈਟ ਇਜ਼ ਦ ਰੀਜ਼ਨ ਹੀ ਇਜ਼ ਇਸ਼ੂਡ ਅ LMIA। ਉਸ LMIA ਦੇ ਆਧਾਰਿਤ ਤੇ ਫਿਰ ਤੁਸੀਂ ਫੋਰਨ ਵਰਕ ਜਿਹੜੀ ਜੌਬ ਮਾਰਕੀਟ 'ਚ ਹੈ ਉੱਥੇ ਜਾਂਦੇ ਹੋ, ਵਰਕਰ ਲੱਭਦੇ ਹੋ ਉੱਥੋਂ। ਸੋ ਦੈਟ ਇਜ਼ ਅ ਪ੍ਰੋਸੈਸ। ਉਹ ਹੁਣ ਅੱਜ ਦੀ ਡੇਟ 'ਚ ਰੁਝਾਨ ਚੱਲਿਆ ਹੋਇਆ ਕਿ ਵੀ ਠੀਕ ਹੈ ਜੀ, ਵਿਕਦੀ ਹੈ 30,000 ਦੀ, 40,000 ਦੀ, 50,000 ਦੀ। ਜਦੋਂ ਵਿਆਹ ਵਿਕਣ ਲੱਗ ਗਏ ਜੀ ਤਾਂ ਫਿਰ ਜੌਬ ਹੈ। ਜਦੋਂ ਕਿਸੇ ਦਾ ਦੀਨ ਇਮਾਨ ਨਾ ਰਹੇ, ਕਿਸੇ ਕਮਿਊਨਿਟੀ ਦਾ, ਕਿਸੇ ਕਲਚਰ ਦਾ, ਕਿਸੇ ਸਮਾਜ ਦਾ, ਉਹ ਫਿਰ ਵਿਆਹ ਵੀ ਵੇਚਦਾ। ਬਿਲਕੁਲ, ਤੇ ਨੌਕਰੀ ਵੇਚਣਾ ਤਾਂ ਛੋਟੀ ਗੱਲ ਹੈ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਜੀ, ਇਹਦੇ ਵਿੱਚ ਪਹਿਲੀ ਗੱਲ ਤਾਂ ਲੋਕਾਂ ਨੂੰ ਆਪਣੀ ਜਿਹੜੀ ਕਲਚਰਲ ਮੈਂਟੈਲਿਟੀ ਹੈ ਥੋੜੀ ਉਹ ਚੇਂਜ ਕਰਨੀ ਪਊਗੀ। ਉਹਨਾਂ ਨੂੰ ਇਹ ਸੋਚਣਾ ਪੈਣਾ ਹੈ ਆਪਣੇ ਆਪ ਨੂੰ ਝੰਜੋੜ ਕੇ ਕਿ ਵੀ ਤੁਸੀਂ ਇੱਕ ਐਸੇ ਕੰਟਰੀ 'ਚ ਜਾ ਰਹੇ ਹੋ ਜਿੱਥੇ ਮਤਲਬ 99.999% ਸਾਰੇ ਕੰਮ ਇੱਕ ਲੀਗਲ ਫਰੇਮਵਰਕ ਵਿੱਚ ਹੁੰਦੇ ਨੇ। ਠੀਕ ਹੈ ਜੀ, ਉਹ 0.001% ਦੀ ਫਿਰ ਵੀ ਕੋਈ ਗੁੰਜਾਇਸ਼ ਹੁੰਦੀ ਹੈ। ਮੈਂ ਵਾਪਸ ਆ ਰਿਹਾ ਆਪਣੀ ਅਸਲੀ ਗੱਲ ਵੱਲ ਕਿ ਬੜੇ ਸਹੀ ਤਰੀਕੇ ਨਾਲ ਕੋਈ ਇਸ ਤਰ੍ਹਾਂ ਕੈਨੇਡਾ 'ਚ ਤੁਸੀਂ ਲੀਗਲੀ ਕੰਮ ਕਰ ਸਕਦੇ ਹੋ, ਈਵਨ ਔਨ ਅ ਵਿਜ਼ਟਰ ਵੀਜ਼ਾ, ਜਿਹੜਾ ਵਿਜ਼ਟਰ ਵੀਜ਼ਾ ਜੀ। ਬਿਲਕੁਲ। ਅੱਛਾ, ਪਰ ਇਹ ਕਿੰਨੇ ਕੁ ਲੋਕ ਯੂਜ਼ ਕਰਦੇ ਨੇ ਰਸਤਾ?
ਸਰ ਬਹੁਤ ਘੱਟ, ਕਿਉਂਕਿ ਲੋਕਾਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈਗੀ ਐਂਡ ਇਟਸ ਫਸਟ ਆਫ ਆਲ ਇਟਸ ਅ ਪ੍ਰਾਈਵੇਟ ਪ੍ਰੋਸੈਸ। ਕੈਨੇਡਾ ਵਿੱਚ ਕਿਉਂਕਿ 3 ਹੀ ਪ੍ਰੋਸੈਸ ਹੈਗੇ ਨੇ। ਪਹਿਲੇ 2 ਪ੍ਰੋਸੈਸ LMI ਬੇਸਡ ਐਂਡ ਰਿਫਿਊਜੀ ਵਾਲਾ ਜਿਹੜਾ ਪ੍ਰੋਸੈਸ ਹੈ ਉਹ ਗਵਰਨਮੈਂਟ ਦੇ ਪ੍ਰੋਗਰਾਮਸ ਨੇ। ਇਹ ਜਿਹੜਾ ਤੀਜਾ ਸੈਲਫ ਇੰਪਲੋਇਡ ਹੈ ਇਟਸ ਅ ਪ੍ਰਾਈਵੇਟ ਪ੍ਰੋਸੈਸ। ਸਾਡੀ ਜਿਹੜੀ GIS ਇਮੀਗ੍ਰੇਸ਼ਨ ਦੀ ਕੰਪਨੀ ਹੈ, ਸਾਡੇ ਜਿਹੜੇ ਟੀਮ ਹੈ, ਵੀ ਹੈਵ ਡਿਵੈਲਪਡ ਐਂਡ ਡਿਜ਼ਾਈਨਡ ਦਿਸ ਇਮੀਗ੍ਰੇਸ਼ਨ ਪ੍ਰੋਸੈਸ over the last 7-8 years, ਬਹੁਤ ਰਿਸਰਚ ਐਂਡ ਟਰਾਇਲ ਐਂਡ ਐਰਰਸ ਕਰਕੇ। ਕਿਉਂਕਿ ਇਹ ਜਿਹੜਾ ਪਰਟੀਕੂਲਰ ਪ੍ਰੋਸੈਸ ਹੈ ਇਹਦੇ ਵਿੱਚ ਨਾਟ ਓਨਲੀ ਇਮੀਗ੍ਰੇਸ਼ਨ ਕੰਸਲਟੈਂਟ ਇਜ਼ ਇਨਵੋਲਵਡ, ਇਹਦੇ ਵਿੱਚ CPAs, ਟੈਕਸ ਕੰਸਲਟੈਂਟਸ ਹੂ ਫਾਰਮ ਜਿਹੜੀ ਤੁਹਾਡੀ ਕੰਪਨੀ ਫਾਰਮੇਸ਼ਨ ਕਰਦੇ ਆ, ਜਿਹੜੇ ਬਿਜ਼ਨਸ ਪਲਾਨ ਵਗੈਰਾ ਬਣਾਉਂਦੇ ਆ, ਉਹ ਸਾਰੇ ਅਸੀਂ ਕਰਦੇ ਹਾਂ। ਬਟ ਅਸੀਂ ਬੈਸਟ ਐਫਰਟ ਇਹ ਕੀਤਾ ਹੈ ਕਿ ਜਿਹੜੇ ਵਿਜ਼ਟਰਸ ਹੈਗੇ ਆ ਉਹਨਾਂ ਲਈ ਅਸੀਂ ਇੰਨੀ ਕਾਸਟ ਡਾਊਨ ਕੀਤੀ ਹੋਈ ਹੈ ਕਿ ਵੀ ਹੈਵ ਮੇਡ ਦਿਸ ਪ੍ਰੋਗਰਾਮ ਵੈਰੀ ਅਫੋਰਡੇਬਲ ਫॉर them। ਐਂਡ ਸਾਰਾ ਕੁਝ ਕਰਕੇ ਜਿਹੜੇ ਜਿੰਨਾ ਤੁਸੀਂ ਦੱਸਿਆ ਫਿਰ ਵੀ LMI ਖਰੀਦਣ ਨਾਲੋਂ ਸਸਤਾ ਪੈਂਦਾ ਸਰ ਜੀ, ਉਸ ਤੋਂ 10 ਗੁਣਾ ਸਸਤਾ ਪੈਂਦਾ। ਅੱਛਾ, 10 ਗੁਣਾ ਸਸਤਾ ਪੈਂਦਾ ਉਸ ਨੂੰ। ਇੰਟਰਸਟਿੰਗ ਹੈ ਤੇ ਬੜਾ, ਮਤਲਬ ਪਹਿਲੀ ਵਾਰ ਮੈਂ ਸੁਣਿਆ। ਕਿਉਂਕਿ ਦੇਖੋ ਜੀ, ਜਿਹੜੀ ਇਹ ਲੀਗਲ ਪ੍ਰੋਵੀਜ਼ਨਸ ਨੇ ਇਹਦੀ, ਇਹ ਫਸਟ ਆਫ ਆਲ ਕੈਨੇਡਾ ਵੈਲਕਮਸ ਆਲ ਕਾਰਪੋਰੇਸ਼ਨਸ। ਤੇ ਤੁਹਾਨੂੰ ਹੈਰਾਨ ਹੋਵੋਗੇ ਜਾਣ ਕੇ, ਪਿਛਲੇ ਸਾਲ ਕੈਨੇਡਾ ਦੇ ਅੰਦਰ ਓਨਟਾਰੀਓ ਦੇ ਅੰਦਰ 80,000 ਕਾਰਪੋਰੇਸ਼ਨਸ ਓਪਨ ਅਪ ਹੋਈਆਂ। ਅੱਛਾ, 80,000 corporations and most of them were ਜਿਹੜੀ ਨਾ ਹੋਏ ਸਾਰਾ ਸਮਾਜ ਇਧਰ ਨੂੰ ਹੀ ਲੱਗ ਜਾਏ। I don't know, ਹੋ ਵੀ ਸਕਦਾ। ਸੋ ਉਹਦੇ ਵਿੱਚ ਦੇਖੋ ਜੀ, ਇਹ ਪਹਿਲੀ ਗੱਲ ਤੁਹਾਡੇ ਲਈ ਇੱਕ ਤੁਸੀਂ ਲੀਗਲ ਐਂਟੀਟੀ ਕ੍ਰੀਏਟ ਕਰਦੇ ਹੋ ਉੱਥੇ ਕੈਨੇਡਾ ਦੇ ਅੰਦਰ ਲੀਗਲੀ ਕੰਮ ਕਰਨ ਲਈ, ਠੀਕ ਹੈ ਜੀ। ਉਹਦੀ ਮੇਨ ਆਧਾਰ ਹੈ ਤੁਹਾਡਾ ਬਿਜ਼ਨਸ ਪਲਾਨ। ਜੇ ਬਿਜ਼ਨਸ ਪਲਾਨ ਤੁਹਾਡਾ ਪ੍ਰੋਪਰ ਨਹੀਂ ਹੈ, ਉਹ ਕਿਸੇ ਪ੍ਰੋਫੈਸ਼ਨਲ ਨੇ ਨਹੀਂ ਬਣਾਇਆ ਹੋਇਆ, ਉਹ ਤੁਹਾਡਾ ਸਾਰਾ ਪਲਾਨ ਫੇਲ ਹੋ ਜਾਣਾ। ਐਂਡ ਉਸ 'ਚ ਮੋਸਟ ਇੰਪੋਰਟੈਂਟ ਹੁੰਦੀ ਹੈ ਕਿ ਤੁਹਾਡੀ ਕਿਸ ਟਾਈਪ ਦੀ ਕੰਪਨੀ ਚੂਜ਼ ਕਰ ਰਹੇ ਹੋ ਟੂ ਇਨਕੋਰਪੋਰੇਟ। ਉਹਦਾ ਲੀਗਲ ਫਰੇਮਵਰਕ ਕੀ ਹੈ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕੰਪਨੀ ਬਣਾਉਂਦੇ ਹੋ ਉਹ ਤੁਹਾਡਾ ਜੜ ਹੁੰਦੀ ਹੈ, ਜਿਹੜੀ ਜੜ ਲਾਈ ਹੁੰਦੀ ਹੈ। ਜੇ ਤੁਹਾਡੀ ਜੜ ਗਲਤ ਲਾਈ ਹੋਈ ਹੈ, ਉਹ ਪਲਾਂਟ ਚੰਗਾ ਨਹੀਂ ਬਣਦਾ। ਵੈਸੇ ਦੇਖੋ, ਇਹ ਰਸਤਾ ਵੀ ਕੋਈ, ਹੁਣ ਜੇ ਕਿਸੇ ਨੇ ਅਬਿਊਜ਼ ਕਰਨਾ ਹੋਏ, ਕੋਈ ਇਹ ਵੀ ਅਬਿਊਜ਼ ਕਰੇਗਾ ਜਿਵੇਂ ਬਾਕੀ ਕਰਦੇ ਨੇ। ਸਰ, ਇਹ 'ਚ ਅਬਿਊਸਿਸ ਦੇ ਚਾਂਸਸ ਬਹੁਤ ਘੱਟ ਨੇ, ਕਿਉਂਕਿ ਇਟਸ ਅ ਪ੍ਰਾਈਵੇਟ ਪ੍ਰੋਸੈਸ ਐਂਡ ਇਟ ਇਜ਼ ਕੰਟਰੋਲਡ ਬਾਏ ਆਵਰ ਮੈਨੇਜਮੈਂਟ, ਠੀਕ ਹੈ ਜੀ। ਜਿਹੜਾ ਵੀ ਬੰਦਾ ਇਹ ਕੋਈ ਪ੍ਰੋਸੈਸ ਨੂੰ ਕਰਦਾ ਹੈ, ਮਤਲਬ ਕੋਈ ਐਨੀਬਡੀ ਕੈਨ ਡੂ ਇਟ, ਬਟ ਜੋ ਬੰਦਾ ਜੈਨੂਇਨਲੀ ਕਰਦਾ ਹੈ ਇੱਥੇ ਇਸ ਕੰਟਰੀ 'ਚ, ਉਹਨਾਂ ਲਈ ਇਹ ਇੱਕ ਅੱਛਾ ਰਸਤਾ ਹੋ ਸਕਦਾ, ਵਧੀਆ ਰਸਤਾ ਹੋ ਸਕਦਾ ਜੀ। ਬਿਲਕੁਲ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਗਵਰਨਮੈਂਟ ਨੂੰ ਬੈਨੀਫਿਟ ਹੁੰਦਾ ਹੈ। ਗਵਰਨਮੈਂਟ ਕਹਿੰਦੀ ਹੈ ਕਿ ਵੀ ਕੈਸ਼ ਤੇ ਕੰਮ ਨਾ ਕਰੋ, ਤੁਸੀਂ ਲੀਗਲੀ ਕੰਮ ਕਰੋ, ਟੈਕਸ ਭਰਾਓ ਆਪਣਾ। ਜਾਂ ਤੁਸੀਂ ਪੇਰੋਲ ਤੇ ਆ ਕੇ ਕੰਮ ਆਪਣਾ ਕਿਤੇ ਜੌਬ, ਮੰਨ ਲਓ ਤੁਸੀਂ ਜੌਬ ਕਰਦੇ ਹੋ ਕਿਤੇ ਵੀ, ਤੁਸੀਂ ਜਾਂ ਤਾਂ ਪੇਰੋਲ ਤੇ ਆਪਣਾ ਕੰਮ ਕਰਕੇ CPP EI ਭਰਵਾਓ, ਜਾਂ ਫਿਰ ਤੁਸੀਂ ਐਜ਼ ਅ ਇੰਡੀਪੈਂਡੈਂਟ ਕੰਟਰੈਕਟਰ ਬਣ ਕੇ ਆਪਣਾ HST ਪੇ ਕਰੋ ਗਵਰਨਮੈਂਟ ਨੂੰ। ਸੋ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਲੀਗਲ ਫਰੇਮਵਰਕ ਵਿੱਚ ਰਹੋ, ਤੇ ਜਿਹੜੀ ਤੁਹਾਡੀ ਰੈਜ਼ੀਡੈਂਸੀ ਰਿਕੁਆਇਰਮੈਂਟ ਹੈ, ਤੁਸੀਂ ਰੈਜ਼ੀਡੈਂਸੀ ਰਿਕੁਆਇਰਮੈਂਟ ਆਪਣੀ ਕੰਪਲਾਈ ਕਰੋ, ਜਿਹੜੇ ਵੀ ਸਟੇਟਸ ਤੁਸੀਂ ਆਏ ਹੋਏ ਹੋ। ਹੁਣ ਤੁਸੀਂ ਜਿਹੜਾ ਵਿਜ਼ਟਰ ਵੀਜ਼ਾ ਹੈ, ਮੰਨ ਲਓ ਤੁਸੀਂ ਇੱਥੇ LMI ਬੇਸ ਕਲੋਜ਼ ਵਰਕ ਪਰਮਿਟ ਤੇ ਹੋ, ਜਾਂ ਸਟੱਡੀ ਪਰਮਿਟ ਤੇ ਹੋ, ਜਾਂ ਤੁਹਾਡਾ ਕੋਈ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ, ਯੂ ਕੈਨ ਅਪਲਾਈ ਫॉर ਅ ਵਿਜ਼ਟਰ ਵੀਜ਼ਾ ਫਰੋਮ ਇਨਸਾਈਡ ਕੈਨੇਡਾ। ਤੁਹਾਨੂੰ ਵਾਪਸ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਇੱਥੇ ਰਹਿ ਕੇ ਹੀ ਵਿਜ਼ਟਰ ਵੀਜ਼ਾ ਫਰੋਮ ਕੈਨੇਡਾ ਅਪਲਾਈ ਕਰ ਸਕਦੇ ਹੋ। ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਆਟੋਆ ਜਾਂਦੀ ਹੈ, ਜਦੋਂ ਪਾਸਪੋਰਟ ਆਟੋਆ ਭੇਜਣਾ ਪੈਂਦਾ ਫॉर ਸਟੈਂਪਿੰਗ, ਐਂਡ ਤੁਹਾਡਾ 15 ਦਿਨ ਵਿੱਚ ਵਿਜ਼ਟਰ ਵੀਜ਼ਾ ਲੱਗ ਕੇ ਜਾਂਦਾ। ਇਨ ਕੇਸ ਇਫ ਯੋਰ ਸਟੇਟਸ ਇਜ਼ ਐਕਸਪਾਇਰਿੰਗ ਜਾਂ ਚੇਂਜ ਹੋ ਰਿਹਾ, ਇੰਸਟੈਡ ਆਫ ਗੋਇੰਗ ਫॉर ਅ ਇੰਪਲਾਈਡ ਸਟੇਟਸ, ਦਿਸ ਇਜ਼ ਵਨ ਆਫ ਦ ਬੈਸਟ ਮੈਥਡਸ ਟੂ ਗੋ, ਬਿਕੋਜ਼ ਇਹਦੇ ਵਿੱਚ ਤੁਸੀਂ ਆਪਣੀ ਵਰਕ ਦੀ ਕੰਟੀਨਿਊਸ਼ਨ ਰੱਖ ਸਕਦੇ ਹੋ। ਤੁਹਾਨੂੰ ਇਹ ਨਹੀਂ ਹੈ ਕਿ ਤੁਸੀਂ ਜੌਬ ਲੂਜ਼ ਕਰਤੀ ਜਾਂ ਕੁਝ ਹੋਰ ਹੋ ਗਿਆ, ਬਿਕੋਜ਼ ਜਿਹੜਾ ਤੁਹਾਡਾ ਐਮਪਲੋਇਰ ਹੈ ਉਹ, ਜੇ ਤੁਸੀਂ ਚੰਗੇ ਐਮਪਲੋਈ ਹੋ ਗਏ, ਇਫ ਯੂ ਆਰ ਐਸੈਟ ਫॉर ਯੋਰ ਕੰਪਨੀ, ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਆਪਣੇ ਐਮਪਲੋਇਰ ਨਾਲ ਕਹਿ ਸਕਦੇ ਹੋ ਕਿ ਓਕੇ, ਮਾਈ ਸਟੇਟਸ ਇਜ਼ ਗੋਇੰਗ ਆਊਟ, instead of putting me on taking me out of the payroll, you can pay me on the through contractual services। ਜੀ ਨਹੀਂ, ਮੇਰੇ ਕੋਲ ਹੁਣ ਕਈ ਤਰ੍ਹਾਂ ਦੇ ਸਵਾਲ ਆ ਰਹੇ ਨੇ, ਪਰ ਅਸੀਂ ਸਵਾਲ ਸਾਡਾ ਇਹਦੇ ਪਾਰਟ ਨਹੀਂ ਲੈਣੇ ਜੀ। ਤੇ ਬਿਹਤਰ ਇਹ ਹੋਊਗਾ ਵੀ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ ਜੀ। ਬਿਲਕੁਲ, ਤਾਂ ਕਿ ਤੁਹਾਨੂੰ ਸਿੱਧੇ ਕਾਲ ਕਰ ਸਕਣ। ਬਿਲਕੁਲ ਜੀ, ਮੇਰਾ ਨੰਬਰ ਹੈਗਾ ਜੀ 4164001350, 416-400-1350। ਤੁਸੀਂ ਸਾਡੀ ਵੈਬਸਾਈਟ immigration-helpline.ca ਉੱਤੇ ਵੀ ਜਾ ਸਕਦੇ ਹੋ। ਸਾਡੀ ਕੰਪਨੀ GIES ਇਮੀਗ੍ਰੇਸ਼ਨ ਇਹ ਸਰਚ ਕਰ ਸਕਦੇ ਹੋ। ਸੋ ਦਿਸ ਇਜ਼ ਵਨ ਆਫ ਦਾ ਬੈਸਟ ਪ੍ਰੋਸੈਸਿਸ ਜਿਹੜਾ ਅੱਜ ਦੀ ਡੇਟ ਦੇ ਵਿੱਚ ਹੈ। ਕੋਈ ਮਤਲਬ ਜਿਹੜੀ ਇਨਵੈਸਟਮੈਂਟ ਹੈ ਸਰ, ਇਹਦੇ ਵਿੱਚ ਕੋਈ ਇਨਵੈਸਟਮੈਂਟ ਦੀ ਲੋੜ ਨਹੀਂ, ਕੋਈ ਇਹਦੇ ਵਿੱਚ ਤੁਹਾਨੂੰ IELTS ਦੀ ਕੋਈ ਰਿਕੁਆਇਰਮੈਂਟ ਨਹੀਂ, ਤੁਹਾਨੂੰ ਕੋਈ ਇਹਦੇ ਵਿੱਚ ਮਿਨੀਮਮ ਤੁਸੀਂ ਕੋਈ ਡਿਪੋਜ਼ਿਟ ਨਹੀਂ ਕਰਨਾ, ਕੁਝ ਵੀ ਨਹੀਂ ਕਰਨਾ। ਸੋ ਇਟਸ ਅ ਪ੍ਰੋਸੈਸ ਵਿਚ ਹੈਲਪਸ ਯੂ ਫॉर ਆਲ ਦ ਲੀਗਲ ਪਰਪਸਿਸ। ਐਂਡ ਅਸੀਂ, ਕਿੰਨਾ ਟਾਈਮ ਲੱਗਦਾ? ਸਰ 5 ਦਿਨ।
within 5 days you are up and running if you have a legal visitor visa. ਅੱਛਾ ਜੀ ਤੇ ਇਹਦੇ ਵਿੱਚ ਅਸੀਂ ਜਨਰਲੀ ਲੋਕਾਂ ਨੂੰ ਇਹ ਰეკਮੈਂਡ ਕਰਦੇ ਹਾਂ ਕਿ ਤੁਹਾਡੇ ਕੋਲ ਜੇ 4 ਚੀਜ਼ਾਂ ਹੈਗੀਆਂ ਨਾ ਇਹਦੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਂ ਤੁਹਾਡਾ ਕੋਈ ਵੀ ਸਟੇਟਸ ਐਕਸਪਾਇਰ ਹੋ ਰਿਹਾ ਯੂ ਆਰ ਆਲਮੋਸਟ ਐਸ ਗੁੱਡ ਐਸ ਅ PR. ਪਹਿਲਾ ਗੱਲ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੋਣਾ ਚਾਹੀਦਾ. ਦੂਸਰਾ ਤੁਹਾਡੇ ਕੋਲ ਇੱਕ CCPC ਕਾਰਪੋਰੇਸ਼ਨ ਹੋਣੀ ਚਾਹੀਦੀ ਹੈ ਜਿਹਦੇ ਰਾਹੀਂ ਤੁਸੀਂ ਆਪਰੇਟ ਕਰਨਾ ਤੇ ਕੰਮ ਕਰਨਾ. ਤੀਜਾ ਤੁਸੀਂ ਆਪਣੀ ਇੱਕ ਇੱਥੇ ਹੈਲਥ ਇੰਸ਼ੋਰੈਂਸ ਲਓ ਪ੍ਰਾਈਵੇਟ ਜਿਹੜੀ ਕਿ $100 ਪਰ ਮੰਥ ਦੇ ਹਿਸਾਬ ਨਾਲ ਮਿਲ ਜਾਂਦੀ ਹੈ ਤੇ ਇੱਕ ਆਪਣੀ ਵਰਕ ਪਲੇਸ ਲਈ ਪ੍ਰਾਈਵੇਟ ਡਿਸੇਬਿਲਿਟੀ ਇੰਸ਼ੋਰੈਂਸ ਲਓ. ਨਹੀਂ ਪਰ ਇਹ ਸਾਰਾ ਹੋ ਗਿਆ ਜਦੋਂ ਫਾਈਨਲ ਪੇਪਰ ਜਾਣਗੇ ਉਹ ਤੁਹਾਡਾ ਕੰਮ ਚੱਲਦਾ ਹੋਏਗਾ ਤਾਂ ਹੀ ਹੈ ਨਾ. ਸਾਰਾ ਕੁਝ ਫੇਕ ਤਾਂ ਨਹੀਂ ਚੱਲ ਸਕਦਾ. ਸਰ ਐਵਰੀਥਿੰਗ ਇਜ਼ ਲੀਗਲ ਓਵਰ ਹੇਅਰ. ਅੱਛਾ everything is 100% ਲੀਗਲ ਕਿਉਂਕਿ ਸਾਰਾ ਤੁਹਾਡਾ ਰੈਕਡ ਜਿਹੜਾ ਹੈ ਉਹ CRA ਨੇ ਤੁਹਾਨੂੰ ਬਿਜ਼ਨਸ ਨੰਬਰ ਇਸ਼ੂ ਕਰਨਾ ਹੈ ਤੇ ਜਿਹੜਾ ਤੁਹਾਡਾ ਬਿਜ਼ਨਸ ਨੰਬਰ ਹੈ ਉਹਦੇ ਬੇਸਿਸ ਤੇ ਹੀ ਤੁਸੀਂ ਆਪਣਾ ਟੈਕਸ ਭਰਾਓਗੇ. ਮੈਂ ਇਹ ਮੰਨ ਕੇ ਚੱਲ ਰਿਹਾ ਵੀ ਤੁਸੀਂ ਜੈਨੂਇਨਲੀ ਕੋਈ ਬਿਜ਼ਨਸ ਕਰ ਰਹੇ ਹੋ ਨਾ ਕਿ ਐਵੇਂ ਕੁਝ ਫੇਕ ਪੇਪਰ ਨਹੀਂ ਕ੍ਰੀਏਟ ਕੀਤੇ. ਤੁਸੀਂ ਜੈਨੂਇਨਲੀ ਕੰਮ ਕਰ ਰਹੇ ਹੋ. ਤੁਹਾਡਾ ਬਿਜ਼ਨਸ ਅਕਾਊਂਟ ਖੁੱਲਦਾ ਹੈ ਉਹਦੇ ਜਿੰਨੇ ਵੀ ਤੁਹਾਨੂੰ ਇਨਕਮ ਆਣੀ ਹੈ ਤੁਹਾਡੀ ਬਿਜ਼ਨਸ ਅਕਾਊਂਟ ਦੇ ਅੰਦਰ ਆਣੀ ਹੈ ਬਿਕੋਜ਼ ਯੂ ਆਰ ਵਰਕਿੰਗ ਐਜ਼ ਅ ਸੈਲਫ ਇੰਪਲੋਇਡ ਇੰਡੀਪੈਂਡੈਂਟ ਕੰਟਰੈਕਟਰ. ਇਹਦੇ ਵਿੱਚ ਕੋਈ ਵੀ ਸਕੋਪ ਨਹੀਂ ਹੈਗਾ ਕਿ ਤੁਸੀਂ ਇਲੀਗਲੀ ਕੰਮ ਕਰ ਸਕਦੇ ਹੋ ਕਿਉਂਕਿ ਇੱਕ ਪਹਿਲੀ ਗੱਲ ਇਹਦੇ ਵਿੱਚ ਤੁਸੀਂ ਸਾਰਾ ਕੰਮ ਜਿਹੜਾ ਹੈ ਨਹੀਂ ਪਤਾ ਕਿਦਾਂ ਮੈਂ ਕਿਉਂ ਕਹਿ ਰਿਹਾ ਜਦੋਂ ਲੋਨ ਨਹੀਂ ਦਿੱਤਾ ਸਰਕਾਰ ਨੇ ਹਾਂਜੀ ਕੋਵਿਡ ਦੇ ਦਿਨਾਂ ਦੌਰਾਨ ਕਈਆਂ ਨੇ ਲੋਨ ਲੈਣ ਲਈ ਫੇਕ ਕੰਪਨੀਆਂ ਬੈਕ ਡੇਟ ਜਾ ਕੇ ਬਣਾ ਲੀਆਂ. ਸਰ ਇਹਦੇ ਵਿੱਚ ਜਿਹੜਾ ਅਸੀਂ ਐਗਰੀਮੈਂਟ ਲਿਖਦੇ ਆ ਕਲਾਇੰਟਸ ਨਾਲ ਠੀਕ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਸਾਡੇ ਕਲਾਇੰਟ ਐਗਰੀਮੈਂਟ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਕੋਈ ਵੀ ਕ੍ਰੈਡਿਟ ਫੈਸਿਲਿਟੀ ਅਵੇਲ ਨਹੀਂ ਕਰ ਸਕਦੇ ਗਵਰਨਮੈਂਟ ਦੀ ਟਿਲ ਦਾ ਟਾਈਮ ਯੂ ਬਿਕਮ ਅ PR. ਸੋ ਤੁਸੀਂ ਜਦੋਂ PR ਹੋਗੇ ਇਹ ਸਾਰੀ ਜਿਹੜੀ ਕੰਪਨੀ ਹੈ ਇਹ ਤੁਹਾਨੂੰ ਪੂਰੀ ਟ੍ਰਾਂਸਫਰ ਕੀਤੀ ਜਾਂਦੀ ਹੈ. ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰੋ ਤੁਸੀਂ PR ਹੋਗੇ ਐਂਡ ਯੂ ਆਰ ਦ ਓਨਰ ਆਫ ਦ ਕੰਪਨੀ ਬਟ ਟਿਲ ਦਾ ਟਾਈਮ ਸਿੰਸ ਯੂ ਆਰ ਔਨ ਅ ਟੈਂਪਰੇਰੀ ਸਟੇਟਸ ਤੁਹਾਡੇ ਕੋਲ ਕੁਝ ਰਿਸਟ੍ਰਿਕਸ਼ਨਸ ਹੈਗੀਆਂ ਜਿਹੜੇ ਕਿ ਸਾਨੂੰ ਗਵਰਨਮੈਂਟ ਦੇ ਤਰਫ ਤੋਂ ਐਂਡ ਸਾਨੂੰ ਸਾਰਾ ਧਿਆਨ ਰੱਖਦੇ ਹੋਏ ਅਸੀਂ ਕਰਦੇ ਹਾਂ ਸੋ ਦੈਟ ਯੂ ਡੋਂਟ ਫਾਲ ਇਨਟੂ ਅ ਲੀਗਲ ਟਰਬਲ ਕਿਉਂਕਿ ਤੁਹਾਨੂੰ ਇਸ ਕੰਟਰੀ ਦੇ ਲਾਜ਼ ਦੇ ਬਾਰੇ ਇੰਨਾ ਪਤਾ ਨਹੀਂ ਜਿੰਨੀ ਕਿ ਅਸੀਂ ਸਾਡੀ ਬਿਲਕੁਲ ਸਹੀ ਗੱਲ ਐਡਵਾਈਸ ਦੇਣਾ ਚਾਹੁੰਦੇ ਹਾਂ. ਇੱਕ ਵਾਰ ਨੰਬਰ ਫਿਰ ਦੱਸ ਦਿਓ. ਹਾਂਜੀ 4164001350 416 400 1350.